ਤਾਂ ਅੱਜ ਦੇ ਕਰੰਟ ਅਫੇਅਰ ਪੰਜਾਬ PCS ਲਈ ਸਭ ਤੋਂ ਪਹਿਲਾ ਕਰੰਟ ਅਫੇਅਰ ਤੁਹਾਨੂੰ ਪਤਾ ਇਸ ਟਾਈਮ ਇੰਡੀਆ ਦੇ ਜਿਹੜਾ ਇੰਡੀਆ ਦਾ ਵੈਸਟਰਨ ਕੋਸਟ ਪੈਂਦਾ ਆਪਣਾ, ਇੱਥੇ ਆਪਣੇ ਇੱਕ ਸਾਈਕਲੋਨ ਆ ਰਿਹਾ ਹੈ ਜਿਹੜਾ ਗੁਜਰਾਤ ਤੇ ਹਿੱਟ ਕਰੂਗਾ। ਆਪਣਾ ਚੱਕਰਵਾਤ ਅੱਜ ਉਮੀਦ ਹੈ ਕਿ ਗੁਜਰਾਤ ਦੇ ਕੋਸਟ ਤੇ ਆਊਗਾ, ਤੇ ਇਹਦੇ ਕਾਰਨ ਕੀ ਹੈ, ਬਹੁਤ ਸਾਰੀ ਮੌਤਾਂ ਤੇ ਤਬਾਹੀ ਦੀ ਨਿਊਜ਼ ਆ ਰਹੀਆਂ। ਤਾਂ ਇਸ ਦੇ ਰਿਗਾਰਡਿੰਗ ਹੀ ਆਪਣਾ ਪਹਿਲਾ ਕਰੰਟ ਅਫੇਅਰ ਹੈ ਕਿ ਇਹ ਬਣਦੇ ਕਿੱਦਾਂ, ਇਹ ਚੱਲਦੇ ਕਿੱਦਾਂ, ਇਹਦਾ ਪੂਰਾ ਪ੍ਰੋਸੈਸ ਦੇਖੋ। ਇਹਦੇ ਉੱਤੇ ਨਾ ਡਾਇਰੈਕਟ ਕਈ ਵਾਰੀ ਕੁਐਸਚਨ ਆ ਜਾਂਦੇ ਆ। ਕਰੰਟ ਅਫੇਅਰਸ ਦਾ ਇਹੀ ਐਡਵਾਂਟੇਜ ਹੁੰਦਾ ਹੈ, ਕਰੰਟ ਅਫੇਅਰ ਵਿੱਚ ਹਰ ਸਬਜੈਕਟ ਕਿਤੇ ਨਾ ਕਿਤੇ ਕਵਰ ਹੁੰਦਾ ਜਾਂਦਾ ਹੈ। ਠੀਕ ਹੈ, ਇਹ ਸਾਰੀਆਂ ਚੀਜ਼ਾਂ ਤੁਸੀਂ ਸਬਜੈਕਟਸ ਵਿੱਚ ਵੀ ਪੜ੍ਹਦੇ ਹੋ, ਪਲੱਸ ਅੱਡ ਤੋਂ ਇਹ ਚੀਜ਼ਾਂ ਕਰੰਟ ਅਫੇਅਰ ਵਿੱਚ ਵੀ ਕਵਰ ਹੁੰਦੀਆਂ ਰਹਿਣਗੀਆਂ। ਹੁਣ ਦੇਖੋ, ਇਹ ਚੱਕਰਵਾਤ ਪੜਨ ਤੋਂ ਪਹਿਲਾਂ ਆਪਾਂ ਨੂੰ ਇਹ ਸਮਝਣਾ ਜ਼ਰੂਰੀ ਹੈ ਕਿ ਜਦੋਂ ਜਿਹੜੀ ਆਪਣੀ ਧਰਤੀ ਹੈ ਨਾ, ਤੁਹਾਨੂੰ ਪਤਾ ਹੀ ਹੋਊਗਾ, ਇਹਦੇ ਉੱਤੇ ਆਪਾਂ ਕੁਝ ਲਾਈਨਾਂ ਨਾਲ ਮੈਜ਼ਰਮੈਂਟਸ ਕਰਦੇ ਹਾਂ ਤਾਂ ਕਿ ਆਪਾਂ ਇਸ ਨੂੰ ਚੰਗੀ ਤਰ੍ਹਾਂ ਪੜ੍ਹ ਸਕੀਏ। ਜਿਵੇਂ ਆਪਣੀ ਇਕੁਏਟਰ ਹੈ, ਪੰਜਾਬੀ ਚ ਇਹਨੂੰ ਕਹਾਂਗੇ ਭੂਮੱਧ। ਇਹਦੇ ਇਲਾਵਾ ਆਪਣੀ ਟ੍ਰੋਪਿਕ ਆਫ ਕੈਂਸਰ ਦੀ ਲਾਈਨ ਹੈ, ਜਿਹਨੂੰ ਆਪਾਂ ਕਸਰ ਦੀ ਖੰਡੀ ਕਹਿੰਦੇ ਆ, ਤੇ ਥੱਲੇ ਇੰਗਲਿਸ਼ ਜਿਹਨੂੰ ਕਹਿੰਦੇ ਟ੍ਰੋਪਿਕ ਆਫ ਕੈਂਸਰ ਕੈਪਰੀਕੌਨ, ਪੰਜਾਬੀ ਚ ਮੱਕਰ ਦੀ ਖੰਡੀ। ਠੀਕ ਹੈ, ਇਹ ਜਿਹੜੇ ਅੱਡ-ਅੱਡ ਆਪਾਂ ਜਦੋਂ ਜ਼ੋਨ ਸਾਰਾ ਅਰਥ ਨੂੰ ਆਪਾਂ ਇਹ ਅੱਡ-ਅੱਡ ਹਿੱਸਿਆਂ ਵਿੱਚ ਡਿਵਾਈਡ ਕਰਦੇ ਹਾਂ, ਇਹ ਬੇਸਿਕਲੀ ਇਸ ਲਈ ਕਰਦੇ ਆ, ਇਸ ਬੇਸਿਸ ਤੇ ਕਰਦੇ ਆ ਕਿ ਜਿਹੜੀ ਆਪਣੇ ਸੂਰਜ ਦੀਆਂ ਕਿਰਨਾਂ ਉਹ ਕਿਸ ਤਰੀਕੇ ਨਾਲ ਕਿਸ ਇਲਾਕੇ ਤੇ ਪੈ ਰਹੀਆਂ। ਜਿਹੜਾ ਆਹ ਵਾਲਾ ਏਰੀਆ ਹੁੰਦਾ ਬਿਲਕੁਲ ਸੈਂਟਰ ਦਾ ਅਰਥ ਦਾ, ਇੱਥੇ ਸੂਰਜ ਦੀਆਂ ਕਿਰਨਾਂ ਪੂਰਾ ਸਾਲ ਲਗਾਤਾਰ ਪੈਂਦੀਆਂ ਰਹਿੰਦੀਆਂ, ਤਾਂ ਇੱਥੇ ਸਾਰਾ ਸਾਲ ਮਤਲਬ ਆਲਮੋਸਟ ਮੌਸਮ ਸੇਮ ਰਹਿੰਦਾ। ਜਿੰਨਾ ਤੁਸੀਂ ਉੱਤੇ ਜਾਂਦੇ ਜਾਓਗੇ, ਆਪਾਂ ਹਮੇਸ਼ਾ ਸੁਣਿਆ ਉੱਤੇ ਜਾਂ ਥੱਲੇ ਜਾਂਦੇ ਜਾਓਗੇ 6 ਮਹੀਨੇ ਦਿਨ 6 ਮਹੀਨੇ ਰਾਤ, ਇਹ ਵਾਲਾ ਕੰਸੈਪਟ ਹੋ ਜਾਂਦਾ ਹੈ। ਤਾਂ ਇਸ ਕਾਰਨ ਇਹ ਪੂਰੀ ਚੀਜ਼ ਦੇ ਕਾਰਨ ਜਿਹੜਾ ਆਹ ਵਾਲਾ ਏਰੀਆ ਨਾ, ਜਿਹੜਾ ਆਹ ਵਿੱਚ ਵਾਲਾ ਏਰੀਆ, ਇੱਥੇ ਜਿਹੜੇ ਮੌਸਮ ਦੀਆਂ ਚੀਜ਼ਾਂ ਨੇ, ਇੱਥੇ ਸਭ ਤੋਂ ਜ਼ਿਆਦਾ ਤੂਫਾਨ ਜਿਹੜੇ ਹੈਗੇ ਆ ਉਹ ਇਹਦੇ ਵਿੱਚ ਵਾਲੇ ਏਰੀਆ 'ਚ ਹੀ ਪੈਂਦੇ ਆ। ਇਹਨੂੰ ਟ੍ਰੋਪੀਕਲ ਏਰੀਆ, ਮਤਲਬ ਦੋ ਟ੍ਰੋਪਿਕ ਦੀਆਂ ਲਾਈਨਾਂ ਹੋ ਗਈਆਂ ਨਾ, ਟ੍ਰੋਪਿਕ ਦੀਆਂ ਲਾਈਨਾਂ ਦੇ ਜਿਹੜਾ ਵਿੱਚ ਹੈ ਇਹਨੂੰ ਟ੍ਰੋਪੀਕਲ ਏਰੀਆ ਕਹਿੰਦੇ। ਇੱਥੇ ਹੀ ਇਹ ਸਭ ਤੋਂ ਜ਼ਿਆਦਾ ਤੂਫਾਨ ਆਉਂਦੇ ਆ। ਹੁਣ ਇੰਡੀਆ ਦੀ ਗੱਲ ਕੀ ਹੈ, ਇੰਡੀਆ ਐਕਚੁਅਲੀ ਆ ਜਿਹੜਾ ਹੈਗਾ ਇਲਾਕਾ, ਜਿਹੜਾ ਭਾਰਤ ਆਪਣਾ ਹੈਗਾ, ਉਹ ਇਸੇ ਇਲਾਕੇ ਦੇ ਵਿੱਚ ਪੈਂਦਾ ਹੈ। ਜੇ ਆਪਾਂ ਭਾਰਤ ਦੀ ਲੋਕੇਸ਼ਨ ਦੇਖਾਂਗੇ ਤਾਂ ਭਾਰਤ ਆਹ ਅੱਧਾ ਹਿੱਸਾ ਭਾਰਤ ਦਾ ਏਦਾਂ ਪੈਂਦਾ ਆਪਣਾ ਦੇਸ਼। ਤਾਂ ਆਪਣਾ ਅੱਧਾ ਦੇਸ਼ ਆ ਥੱਲੇ ਵਾਲਾ ਏਰੀਆ ਜਿਹੜਾ ਹੈਗਾ ਔਰ ਟ੍ਰੋਪੀਕਲ ਦੇ ਏਰੀਆ 'ਚ ਆ ਗਿਆ। ਇਸੇ ਕਾਰਨ ਟ੍ਰੋਪੀਕਲ ਚੱਕਰਵਾਤ ਜਿਹੜੇ ਹੈਗੇ ਆ ਉਹ ਭਾਰਤ ਤੇ ਵੀ ਅਸਰ ਦਿਖਾਉਂਦੇ ਆ। ਆਪਣੇ ਹਰ ਸਾਲ ਦੋਨੋਂ ਤਰਫ ਕਿਤੇ ਨਾ ਕਿਤੇ ਸਾਈਕਲੋਨ ਟਕਰਾਉਂਦੇ ਆ। ਪਿਛਲੇ ਸਾਲ ਵੀ ਆ ਮੁੰਬਈ ਦੇ ਕੋਲੇ ਆਇਆ ਸੀ, ਤੇ ਹਰ ਸਾਲ ਜਿਹੜਾ ਆਪਣਾ ਉੜੀਸਾ ਤੇ ਆਂਧਰਾ ਪ੍ਰਦੇਸ਼ ਦਾ ਏਰੀਆ, ਇੱਥੇ ਤਾਂ ਹਰ ਸਾਲ ਆਉਂਦੇ ਹੀ ਆਉਂਦੇ ਆ। ਇੱਥੇ ਤਾਂ ਬਹੁਤ ਜ਼ਿਆਦਾ, ਜਿਹੜਾ ਆਪਣਾ ਬੇ ਆਫ ਬੰਗਾਲ ਦਾ ਏਰੀਆ, ਇੱਥੇ ਤਾਂ ਇਸ ਸਾਈਡ ਤੇ ਤਾਂ ਬਹੁਤ ਜ਼ਿਆਦਾ ਆਉਂਦੇ ਆ। ਹੁਣ ਜਿਹੜੇ ਚੱਕਰਵਾਤ ਹੈ ਇਹ ਬਣਦੇ ਹੀ ਕਿਉਂ ਆ? ਦੇਖੋ, ਹਵਾ ਦਾ ਲਗਾਤਾਰ ਚੱਲਣ ਦਾ ਇੱਕ ਪੈਟਰਨ, ਮਤਲਬ ਹਵਾ ਲਗਾਤਾਰ ਚੱਲਦੀ ਹੈ। ਹੁਣ ਹਵਾ ਲਗਾਤਾਰ ਚੱਲਣ ਨਾਲ ਕੀ ਹੁੰਦਾ ਹੈ, ਇਹ ਤੁਹਾਨੂੰ ਇੱਕ ਡਾਇਰੈਕਟ ਵੈਸੇ ਵੀ ਕੁਐਸਚਨ ਪੁੱਛਿਆ ਜਾ ਸਕਦਾ ਕਿ ਹਵਾ ਦੇ ਚੱਲਣ ਦਾ ਕੀ ਅਸਰ ਹੈ। ਦੇਖੋ, ਜੇ ਮੈਂ ਮੰਨਾਂ ਕਿ ਅਰਥ ਜਿਹੜੀ ਆਪਣੀ ਧਰਤੀ ਹੈ ਤੇ ਬਿਲਕੁਲ ਟੌਪ ਤੋਂ ਕੋਈ ਹਵਾ ਚੱਲੀ ਹੈ, ਵੈਸੇ ਇਸ ਹਵਾ ਨੂੰ ਬਿਲਕੁਲ ਸਿੱਧਾ ਆਉਣਾ ਚਾਹੀਦਾ ਥੱਲੇ ਦੇ ਪਾਸੇ ਨੂੰ, ਪਰ ਹੁੰਦਾ ਕੀ ਹੈ, ਕਿਉਂਕਿ ਆਪਣੀ ਧਰਤੀ ਘੁੰਮ ਰਹੀ ਹੈ, ਆਪਣੀ ਧਰਤੀ ਲਗਾਤਾਰ ਘੁੰਮ ਰਹੀ ਹੈ, ਇਸ ਕਾਰਨ ਕੀ ਹੁੰਦਾ ਹੈ, ਇਹ ਜਿਹੜੀ ਹਵਾ ਹੁੰਦੀ ਹੈ ਨਾ, ਇਹਦੀ ਡਾਇਰੈਕਸ਼ਨ ਆਪਾਂ ਥੋੜੀ ਜਿਹੀ ਟੇਢੀ ਕਰਕੇ ਬਣਾਉਂਦੇ ਹਾਂ। ਕਿਉਂਕਿ ਹਵਾ ਜਿੱਥੋਂ ਚੱਲੀ ਹੈ ਨਾ, ਪਹੁੰਚਦੇ ਪਹੁੰਚਦੇ ਕਿਉਂਕਿ ਆਪਣੀ ਧਰਤੀ ਅੱਗੇ ਘੁੰਮ ਜੂਗੀ, ਤਾਂ ਇਹ ਥੋੜੇ ਪਿੱਛੇ ਵਾਲੇ ਇਲਾਕੇ ਤੇ ਜਾ ਕੇ ਪਹੁੰਚਦੀ ਹੈ। ਤਾਂ ਇੱਕ ਨਾ ਡਾਇਰੈਕਸ਼ਨ ਮਿਲਣ ਲੱਗ ਜਾਂਦੀ ਹੈ ਹਵਾ ਨੂੰ ਕਿ ਇਸ ਤਰੀਕੇ ਨਾਲ ਇਹ ਹਵਾ ਘੁੰਮਦੀ ਹੈ। ਠੀਕ ਹੈ, ਤਾਂ ਹੁੰਦਾ ਕੀ ਹੈ, ਜਦ ਵੀ ਦੇਖੋ, ਇਹ ਨਾ ਹੁਣ ਫਿਜ਼ਿਕਸ ਦਾ ਕਨਸੈਪਟ ਹੈ, ਤੁਸੀਂ ਫਿਜ਼ਿਕਸ ਵਿੱਚ ਪੜ੍ਹੋਗੇ, ਜਦ ਵੀ ਕੋਈ ਚੀਜ਼ ਘੁੰਮਦੀ ਹੁੰਦੀ ਹੈ ਨਾ, ਫਿਜ਼ਿਕਸ ਵਿੱਚ ਹੁਣ ਕੀ ਹੈ ਕਿ ਕੋਈ ਵੀ ਚੀਜ਼ ਜਿਹੜੀ ਘੁੰਮ ਰਹੀ ਹੈ ਉਹਨੂੰ ਬੈਲੈਂਸ ਕਰਨੇ ਨਾ ਇੱਕ ਵਾਪਸ ਵੀ ਫੋਰਸ ਆਂਦੀ ਹੀ ਆਂਦੀ ਹੈ। ਤਾਂ ਹੁਣ ਹੁੰਦਾ ਕੀ ਹੈ, ਜਿਹੜੀ ਧਰਤੀ ਆਪਣੀ ਘੁੰਮ ਰਹੀ ਹੈ ਉਹਦੇ ਕਾਰਨ
ਇੱਕ ਵਾਪਸ ਫੋਰਸ ਆਂਦੀ ਆ, ਉਹਨੂੰ ਇੰਗਲਿਸ਼ ਕੋਰੀਓਲਿਸ ਜਾਂ ਵਿੱਚ ਕੋਰੀਓਲਿਸ ਫੋਰਸ, ਇਸ ਨਾਮ ਨੂੰ ਆਪਾਂ ਯਾਦ ਰੱਖਣਾ ਹੈ, ਤੁਸੀਂ ਜੀਓਗ੍ਰਾਫੀ ਵਿੱਚ ਵੀ ਪੜ੍ਹੋਗੇ ਕੋਰੀਓਲਿਸ ਫੋਰਸ। ਇਹ ਕੋਰੀਓਲਿਸ ਦੀ ਜਿਹੜੀ ਫੋਰਸ ਹੁੰਦੀ ਹੈ, ਇਹ ਜਿਹੜੀ ਧਰਤੀ ਆਪਣੀ ਘੁੰਮ ਰਹੀ ਹੈ ਇਹਦੇ ਵਿਪਰੀਤ ਪੁੱਠੀ ਡਾਇਰੈਕਸ਼ਨ ਵਿੱਚ ਲੱਗਦੀ ਹੈ। ਇਸ ਕਾਰਨ ਆਹ ਜਿਹੜੀ ਹਵਾ ਇਹ ਹਮੇਸ਼ਾ ਥੋੜੀ ਥੋੜੀ ਟੇਢੀ ਹੁੰਦੀ ਰਹਿੰਦੀ ਹੈ, ਹਮੇਸ਼ਾ ਮਤਲਬ ਹਮੇਸ਼ਾ ਪੁੱਠੀ ਸਾਈਡ ਨੂੰ ਹੀ ਮੁੜੂਗੀ। ਠੀਕ ਹੈ, ਸਿੱਧਾ ਜਾਣਾ ਸੀ ਪਰ ਪੁੱਠੀ ਸਾਈਡ ਨੂੰ ਮੁੜੂਗੀ। ਇਹ ਤੁਹਾਨੂੰ ਵੈਸੇ ਵੀ ਕੋਰੀਓਲਿਸ ਦਾ ਇੱਕ ਹੋਰ ਕੁਐਸਚਨ ਵੀ ਤੁਹਾਨੂੰ ਆ ਸਕਦਾ ਹੈ ਕਿ ਜੇ ਨਦੀ ਆਪਣੇ ਉੱਤਰੀ ਪਾਸੋਂ ਚੱਲੀ ਆ ਪੱਛਮ ਵੱਲ, ਤਾਂ ਇਹ ਚਾਹੇ ਮਤਲਬ ਕੋਈ ਬੈਰੀਅਰ ਜਾਂ ਕੋਈ ਚੀਜ਼ ਨਹੀਂ ਆ ਰਹੀ, ਤਾਂ ਇਹ ਖੁਦ ਬ ਖੁਦ ਕਿਸ ਸਾਈਡ ਨੂੰ ਮੁੜੂਗੀ। ਤਾਂ ਜਿਸ ਸਾਈਡ ਨੂੰ ਆਹ ਜਿਹੜੀ ਫੋਰਸ ਲੱਗ ਰਹੀ ਹੈ, ਜਿਵੇਂ ਉੱਤਰੀ ਭਾਗ ਵਿੱਚ ਇਸ ਸਾਈਡ ਨੂੰ ਮੁੜ ਗਈ, ਠੀਕ ਹੈ, ਤੇ ਦੱਖਣੀ ਭਾਗ ਵਿੱਚ ਇਸ ਸਾਈਡ ਨੂੰ ਮੁੜ ਗਈ। ਤਾਂ ਇਦਾਂ ਵੀ ਤੁਹਾਨੂੰ ਕੁਐਸਚਨ ਬਣ ਸਕਦਾ। ਤੇ ਇਸ ਕਾਰਨ ਜਿਹੜੀ ਆਹ ਹਵਾ ਘੁੰਮਣੀ ਸ਼ੁਰੂ ਹੁੰਦੀ, ਇੱਕ ਆਹ ਹਰ ਟਾਈਮ ਜਿਹੜੀ ਆਪਾਂ ਹਵਾ ਵੈਸੇ ਵੀ ਚੱਲਦੀ ਹੈ ਨਾ, ਉਹ ਇਸ ਤਰੀਕੇ ਨਾਲ ਹੀ ਚੱਲਦੀ ਹੈ। ਹੁਣ ਹੁੰਦਾ ਕੀ ਆ, ਜਿਹੜੇ ਆਪਣੇ ਆ ਚੱਕਰਵਾਤ ਆ ਇਹ ਹਮੇਸ਼ਾ ਸਮੁੰਦਰ ਵਿੱਚ ਬਣਦੇ ਆ। ਸਮੁੰਦਰ ਵਿੱਚ ਹੁੰਦਾ ਕੀ ਹੈ, ਪਾਣੀ ਮਤਲਬ ਚੱਕਰਵਾਤ ਬਣਦੇ ਕੀ ਹੈ, ਕਿਹੜੀ ਚੀਜ਼ਾਂ ਚਾਹੀਦੀਆਂ ਇੱਕ ਚੱਕਰਵਾਤ ਬਣਨ ਲਈ? ਪਾਣੀ ਦੇ ਉੱਤੇ ਲਗਾਤਾਰ ਇੱਕ ਬਿਲਕੁਲ ਸਾਫ਼ ਦਿਨ ਰਹਿਣੇ ਚਾਹੀਦੇ ਆ, ਲਗਾਤਾਰ ਤੁਹਾਡੇ ਸਨ ਦੀ ਗਰਮੀ ਆਣੀ ਚਾਹੀਦੀ ਹੈ। ਹੁਣ ਜਦ ਸੂਰਜ ਤੋਂ ਗਰਮੀ ਆ ਰਹੀ ਹੋਊਗੀ, ਇੱਕ ਨਾ 20 ਡਿਗਰੀ ਸੈਲਸੀਅਸ ਜਿਹੜਾ ਟੈਂਪਰੇਚਰ ਆ ਉਹ ਪਾਣੀ ਦਾ ਬਣ ਜਾਣਾ ਚਾਹੀਦਾ, ਇੰਨਾ ਪਾਣੀ ਗਰਮ ਹੋ ਜਾਣਾ ਚਾਹੀਦਾ। ਠੀਕ ਹੈ, ਦਿਨ ਪੂਰਾ ਸਾਫ਼ ਹੋਣਾ ਚਾਹੀਦਾ, ਕੋਈ ਬੱਦਲ ਨਹੀਂ ਆ, ਲਗਾਤਾਰ ਸੂਰਜ ਵੱਲੋਂ ਧੁੱਪ ਆ ਰਹੀ ਹੈ, ਪਾਣੀ ਗਰਮ ਹੋ ਰਿਹਾ, 20 ਡਿਗਰੀ ਸੈਲਸੀਅਸ ਜਿਹੜਾ ਹੈਗਾ ਆਪਣਾ ਟੈਂਪਰੇਚਰ ਪਹੁੰਚ ਗਿਆ। ਹੁਣ ਕੀ ਹੋਊਗਾ ਜਦੋਂ ਇਹ 20 ਡਿਗਰੀ ਟੈਂਪਰੇਚਰ ਪਹੁੰਚ ਗਿਆ, ਇੱਥੇ ਪਾਣੀ ਜਿਹਨੂੰ ਆਪਾਂ ਇਵੈਪੋਰੇਸ਼ਨ ਦਾ ਜਿਹੜਾ ਕਨਸੈਪਟ ਕਹਿੰਦੇ ਆ, ਉਹ ਉੱਠਣਾ ਸ਼ੁਰੂ ਹੋ ਜਾਊਗਾ। ਇਹਦੇ ਕਾਰਨ ਕੀ ਹੁੰਦਾ, ਜਿਹੜੀ ਹਵਾ ਹੁੰਦੀ ਹੈ ਨਾ, ਹੁਣ ਹਵਾ ਦਾ ਜਿਹੜਾ ਮੂਵਮੈਂਟ ਹੈ, ਜਿਵੇਂ ਹੀ ਇੱਥੇ ਗਰਮੀ ਹੋਣੀ ਸ਼ੁਰੂ ਹੋਊਗੀ, ਆਪਾਂ ਇੱਕ ਤੁਸੀਂ ਹਮੇਸ਼ਾ ਸਕੂਲ ਵਿੱਚ ਇੱਕ ਚੀਜ਼ ਹਮੇਸ਼ਾ ਪੜ੍ਹੀ ਹੈ ਕਿ ਜਿਹੜੀ ਠੰਡੀ ਹਵਾ ਉਹ ਥੱਲੇ ਨੂੰ ਆਉਂਦੀ ਹੈ, ਤੇ ਜਿਹੜੀ ਹਵਾ ਗਰਮ ਹੋਈ ਜਾ ਰਹੀ ਹੈ ਉਹ ਉੱਤੇ ਨੂੰ ਜਾਂਦੀ ਹੈ। ਆਪਣੀ ਹਵਾ ਇਸੇ ਤਰੀਕੇ ਨਾਲ ਘੁੰਮਦੀ ਹੈ। ਠੀਕ ਹੈ, ਜਿਹੜੀ ਆਪਣੀ ਉੱਤੇ ਵੀ ਹਵਾ ਕਿ ਠੰਡੀ ਹਵਾ ਥੱਲੇ ਨੂੰ ਆਊਗੀ, ਗਰਮ ਹਵਾ ਉੱਤੇ ਨੂੰ ਜਾਊਗੀ। ਹੁਣ ਆਹ ਜਿਹੜਾ ਪੂਰਾ ਸਾਈਕਲ ਹੈ, ਇਹਦੇ ਵਿੱਚ ਜਦੋਂ ਆਹ ਜਿੱਥੇ ਪਾਣੀ ਦਾ ਬਿਲਕੁਲ ਕੋਨਾ, ਮਤਲਬ ਜਿਹੜੇ ਬਿਲਕੁਲ ਹੀ ਪਾਣੀ ਦੇ ਉੱਤੇ ਵਾਲੀ ਜਗ੍ਹਾ ਹੈ, ਇੱਥੇ ਹੁਣ ਟੈਂਪਰੇਚਰ ਕਿਉਂਕਿ ਵਧਣਾ ਸ਼ੁਰੂ ਹੋਇਆ, ਹੌਲੀ ਹੌਲੀ ਇੱਥੇ ਤਾਪਮਾਨ ਵੱਧ ਰਿਹਾ, ਤਾਂ ਇਹਦੇ ਕਾਰਨ ਕੀ ਹੋਊਗਾ, ਇੱਥੋਂ ਗਰਮ ਹਵਾ ਉੱਤੇ ਜਾਣੀ ਸ਼ੁਰੂ ਹੋਊਗੀ, ਠੰਡੀ ਹਵਾ ਥੱਲੇ ਆਣੀ ਸ਼ੁਰੂ ਹੋਊਗੀ। ਤੇ ਇੱਥੇ ਜਿਹੜੀ ਆਹ ਇਵੈਪੋਰੇਸ਼ਨ ਸਾਰੀ ਹੋ ਰਹੀ ਸੀ, ਇਹ ਉੱਤੇ ਜਾ ਕੇ ਇਹੀ ਚੀਜ਼ਾਂ ਬੱਦਲ ਵੀ ਬਣ ਰਹੀਆਂ ਹੁਣ ਹੌਲੀ ਹੌਲੀ। ਇਹ ਕਾਫੀ ਦਿਨਾਂ ਦਾ ਪ੍ਰੋਸੈਸ ਹੈ, ਇਹ ਮਤਲਬ ਸਡਨਲੀ ਨਹੀਂ ਹੁੰਦਾ। ਇੱਕ ਚੱਕਰਵਾਤ ਬਣਦੇ ਬਣਦੇ 10-15 ਦਿਨ ਲੱਗ ਜਾਂਦੇ ਆ। ਤਾਂ ਇਹ ਲਗਾਤਾਰ ਜੋ ਇਹ ਸਾਈਕਲ ਹੋ ਰਿਹਾ, ਹੁਣ ਇਹ ਹਵਾ ਘੁੰਮਣੀ ਸ਼ੁਰੂ ਹੋ ਰਹੀ ਹੈ, ਇਹੀ ਘੁੰਮ ਕੇ ਹੌਲੀ ਹੌਲੀ ਸ਼ੇਪ ਲੈਣੀ ਸ਼ੁਰੂ ਕਰੂਗੀ, ਜਿਹਦੇ ਨਾਲ ਤੁਹਾਡਾ ਪੂਰਾ ਚੱਕਰਵਾਤ ਬਣਨਾ ਸ਼ੁਰੂ ਹੋਊਗਾ। ਠੀਕ ਹੈ, ਤੇ ਉਹੀ ਚੀਜ਼ ਹੁਣੇ ਵੀ ਹੋਈ ਆ। ਤੇ ਜਿਹੜਾ ਆਪਣਾ ਮੁੰਬਈ ਦੇ ਕੋਲੇ ਮਤਲਬ ਚੱਕਰਵਾਤ ਆ ਰਿਹਾ, ਸਾਈਕਲੋਨ ਤੋਕੀਤ, ਠੀਕ ਹੈ, ਇਹ ਹੁਣੇ ਆਪਣੇ ਅੱਜ ਮੁੰਬਈ ਤੇ ਤੁਹਾਡੇ ਗੁਜਰਾਤ ਇਸ ਸਾਈਡ ਤੇ ਸਭ ਤੋਂ ਜ਼ਿਆਦਾ ਅਸਰ ਪਾਊਗਾ, ਤੇ ਉਹ ਦਿਖ ਵੀ ਰਿਹਾ। ਤੇ ਇਸ ਤਰੀਕੇ ਨਾਲ ਕੰਮ ਕਰੋ। ਪਹਿਲੇ ਕਰੰਟ ਅਫੇਅਰ 'ਚ ਕਿਸੇ ਨੂੰ ਕੋਈ ਵੀ ਡਾਊਟ ਹੋਵੇ? ਬਾਕੀ ਸਾਰੀਆਂ ਇਹੀ ਜੋ ਮੈਂ ਚੀਜ਼ਾਂ ਸਮਝਾਈਆਂ ਉਹੀ ਸਾਰੀਆਂ ਇੱਥੇ ਡਿਟੇਲ 'ਚ ਲਿਖੀਆਂ ਹੋਈਆਂ। ਕੋਈ ਵੀ ਡਾਊਟ ਹੋਵੇ ਕਿਸੇ ਨੂੰ ਵੀ? ਨਹੀਂ। ਦੂਜਾ ਜਿਹੜਾ ਆਪਣਾ ਕਰੰਟ ਅਫੇਅਰ ਹੈ, ਉਹ ਆਪਣੀ ਇੱਕ ਅੰਤਰਰਾਸ਼ਟਰੀ ਕੰਸਰਨ ਹੈ। ਤੁਹਾਨੂੰ ਪਤਾ ਹੀ ਹੋਊਗਾ, ਅੱਜ ਕੱਲ੍ਹ ਤੁਸੀਂ ਨਿਊਜ਼ ਵਿੱਚ ਵੀ ਕਈ ਜਗ੍ਹਾ ਦੇਖਿਆ ਹੋਊਗਾ, ਬਹੁਤ ਸਾਰੇ ਸੋਸ਼ਲ ਮੀਡੀਆ ਤੇ ਵੀ ਦੇਖਿਆ ਹੋਊਗਾ ਤੁਸੀਂ, ਤੁਹਾਡੇ ਨਾ ਇਜ਼ਰਾਈਲ ਤੇ ਪੈਲਸਤੀਨ ਵਿੱਚ, ਪੈਲਸਤੀਨ ਤੇ ਇਜ਼ਰਾਈਲ ਦੇ ਵਿੱਚ ਲਗਾਤਾਰ ਬੰਬਾਰੀਆਂ ਹੋ ਰਹੀਆਂ, ਦੋਨੇ ਇੱਕ ਦੂਜੇ ਉੱਤੇ ਮਿਜ਼ਾਈਲ ਛੱਡ ਰਹੇ ਆ। ਬੇਸਿਕਲੀ ਇਜ਼ਰਾਈਲ ਤੇ ਪੈਲਸਤੀਨ ਦਾ ਇਸ਼ੂ ਕੀ ਹੈ, ਜਿਹੜੇ ਇਜ਼ਰਾਈਲ ਦਾ ਦੇਸ਼ ਹੈ ਨਾ, ਉੱਥੇ ਓਰੀਜਨਲੀ ਇੱਕ ਪੈਲਸਤੀਨ ਦੇਸ਼ ਬਣਨਾ ਸੀ। ਠੀਕ ਹੈ, ਉਹਦੇ ਦੋ ਹਿੱਸੇ ਹੈ, ਇੱਕ ਨੂੰ ਕਹਿੰਦੇ ਆ ਵੈਸਟ ਬੈਂਕ, ਇੱਕ ਨੂੰ ਕਹਿੰਦੇ ਆ ਗਾਜ਼ਾ। ਅੱਜ ਕੱਲ੍ਹ ਆਹ ਗਾਜ਼ਾ ਪਾਸੇ ਡਿਸਟਰਬੈਂਸ ਛਿੜੀ ਹੋਈ ਹੈ।
ठीक है, आही सारी थोड़ी लिखे हुए गाजा पट्टी, ठीक है, इस बारे इत्थे लिखा होया। तो बेसिकली आह विच इजराइल देश है ते आस-पास होया कि ये इजराइल ने ना आह सारे एरिया उत्ते कब्जा करके रखा होया। बहुत घट एरिया है जिहड़ा एक्चुअली फलस्तीन वालियां कोले बचिया। ਤਾਂ ਹੁਣ ਹੋ ਕੀ ਰਿਹਾ, ਜਿਹੜੀ ਜੈਰੂਸਲਮ ਦੀ ਪਹਿਲੀ ਗੱਲ ਤਾਂ ਇਹਨਾਂ ਦੀ ਕੈਪੀਟਲ ਹੈ, ਜਿਹੜੇ ਬਣਾਉਣਾ ਚਾਹੁੰਦੇ ਦੋਨੋਂ ਦੇਸ਼ ਉਹ ਇੱਕੋ ਹੀ ਸ਼ਹਿਰ ਹੈ, ਉਹ ਹੈਗਾ ਜੈਰੂਸਲਮ ਦਾ। ਉਹ ਦੋਨਾਂ ਦੇ ਇੱਥੇ ਵਿੱਚ ਪੈਂਦਾ। ਉਹਨੂੰ ਪਹਿਲਾਂ ਓਰੀਜਨਲੀ ਕੀ ਹੋਣਾ ਸੀ, ਅੱਧਾ ਅੱਧਾ ਵੰਡਣਾ ਸੀ, ਪਰ ਉਹਦੇ ਉੱਤੇ ਇਜ਼ਰਾਈਲ ਦਾ ਕੰਟਰੋਲ ਹੈ। ਇਹਦੇ ਕਾਰਨ ਕੀ ਹੋ ਰਿਹਾ ਕਿ ਜਿਹੜੇ ਇਜ਼ਰਾਈਲ ਦਾ ਕੰਟਰੋਲ ਬਣਿਆ ਹੋਇਆ, ਉਹਦੇ ਕਾਰਨ ਉਹ ਹੁਣ ਕੀ ਹੈ ਕਿ ਕਈ ਮੁਸਲਮਾਨਾਂ ਨੂੰ ਉਹ ਮਾਰ ਰਹੇ ਆ। ਤਾਂ ਯਹੂਦੀਆਂ ਤੇ ਮੁਸਲਮਾਨਾਂ ਦੇ ਬਹੁਤ ਵੱਡਾ ਇਸ਼ੂ ਬਣਿਆ ਹੋਇਆ। ਇਜ਼ਰਾਈਲ ਜਿਹੜਾ ਦੇਸ਼ ਹੈ, ਉੱਥੇ ਜਿਹੜਾ ਰਿਲੀਜਨ ਹੈ ਉਹਨੂੰ ਪੂਜਣ ਵਾਲੇ ਯਹੂਦੀ ਜਾਂ ਜਿਨ੍ਹਾਂ ਨੂੰ ਇੰਗਲਿਸ਼ ਜੂਸ ਕਹਿੰਦੇ ਆ, ਉਹ ਲੋਕ ਦਾ, ਠੀਕ ਹੈ। ਤੇ ਜਿਹੜੇ ਫਲਸਤੀਨ ਦੇ ਲੋਕ ਹੈ ਉਹ ਤੁਹਾਡੇ ਮੁਸਲਮਾਨ ਹੈ, ਠੀਕ ਹੈ। ਤੇ ਇੱਕ ਤੇ ਧਰਮ ਦਾ ਮਸਲਾ ਬਣ ਗਿਆ, ਦੂਜਾ ਇਹ ਪੂਰੀ ਦੀ ਪੂਰੀ ਲੜਾਈ, ਕਿਉਂਕਿ ਬਹੁਤ ਸਾਲਾਂ ਤੋਂ ਨਾ ਪੇਸ ਬਣੀ ਹੋਈ ਸੀ ਤਾਂ ਵੀ, ਪਰ ਹੁਣ ਲਗਾਤਾਰ ਬੰਬਾਰੀਆਂ ਹੋ ਰਹੀਆਂ ਦੋਨੋਂ ਪਾਸੋਂ, ਤੇ ਇਹ ਬਹੁਤ ਵੱਡਾ ਇਸ਼ੂ ਬਣ ਗਿਆ। ਤਾਂ ਹੁਣ ਇਹਦੇ ਵਿੱਚ ਇੱਕ ਆਪਣੀ ਨਾ ਅੰਤਰਰਾਸ਼ਟਰੀ ਆਰਗੇਨਾਈਜੇਸ਼ਨ ਹੈ ਜਿਹੜੀ ਸੰਯੁਕਤ ਰਾਸ਼ਟਰ ਸੁਰੱਖਿਆ ਪਰਿਸ਼ਦ, ਜਿਹਨੂੰ ਸ਼ਾਰਟ UNSC ਵੀ ਕਹਿੰਦੇ ਆ, ਯੂਨਾਈਟਿਡ ਨੇਸ਼ਨ ਸਿਕਿਉਰਿਟੀ ਕਾਉਂਸਲ ਜਾਂ ਪੰਜਾਬੀ ਸੰਯੁਕਤ ਰਾਸ਼ਟਰ ਸੁਰੱਖਿਆ ਪਰਿਸ਼ਦ। ਇਸ ਕਾਉਂਸਲ ਬਣਾਇਆ ਕਿਉਂ ਗਿਆ ਸੀ? ਸੰਯੁਕਤ ਰਾਸ਼ਟਰ ਇੱਕ ਸਾਰੀ ਦੁਨੀਆ ਦੀ ਇੱਕ ਆਰਗੇਨਾਈਜੇਸ਼ਨ ਹੈ ਜਿਹਦੇ ਅੰਦਰ ਸਾਰੇ ਦੁਨੀਆ ਦੇ ਦੇਸ਼ ਹਿੱਸਾ ਮਤਲਬ ਉਹਦੇ। ਇਹ ਜਿਹੜਾ ਆਪਣਾ ਸੁਰੱਖਿਆ ਪਰਿਸ਼ਦ ਬਣਾਇਆ ਗਿਆ ਸੀ, ਇਹਦਾ ਕੰਮ ਹੈ ਕਿ ਸਾਰੀ ਦੁਨੀਆ ਵਿੱਚ ਲਗਾਤਾਰ ਸ਼ਾਂਤੀ ਬਣੀ ਰਹੇ। ਕਿਤੇ ਵੀ ਕੋਈ ਵੀ ਤਬਾਹੀ ਹੁੰਦੀ ਹੈ, ਕਿਤੇ ਵੀ ਕੋਈ ਲੜਾਈ ਸ਼ੁਰੂ ਹੋ ਜਾਂਦੀ ਹੈ, ਇਸ ਸੁਰੱਖਿਆ ਪਰਿਸ਼ਦ ਨੂੰ ਸੋਚਿਆ ਇਹ ਗਿਆ ਸੀ ਕਿ ਦਖਲ ਦਊਗੀ ਤੇ ਉੱਥੇ ਕੋਈ ਵੀ ਲੜਾਈ ਹੋਣ ਵਾਲੀ ਹੈ ਉਹਨੂੰ ਰੋਕੂਗੀ। ਇਹ ਜਦੋਂ ਵਰਲਡ ਵਾਰ ਜਦੋਂ ਆਪਣੀ ਵਰਲਡ ਵਾਰ 2 ਖਤਮ ਹੋ ਰਹੀ ਸੀ, ਉਦੋਂ ਹੀ ਬਣਾਈ ਗਈ ਹੈ 17 ਜਨਵਰੀ 1946 ਨੂੰ, ਠੀਕ ਹੈ, ਉਦੋਂ ਹੀ ਬਣਾਈ ਗਈ ਸੀ। ਤੇ ਇਹਦਾ ਕੰਮ ਹੈ ਕਿ ਸਾਰੀ ਦੁਨੀਆ ਵਿੱਚ ਕਿਤੇ ਵੀ ਕੋਈ ਲੜਾਈ ਹੋਣ ਵਾਲੀ ਹੈ ਉਹਨੂੰ ਰੋਕਣਾ, ਜਾਂ ਲੜਾਈ ਹੋ ਗਈ ਹੈ ਉੱਥੇ ਦਖਲ ਦੇ ਕੇ ਉਸ ਲੜਾਈ ਨੂੰ ਰੁਕਵਾਉਣਾ, ਤਾਂ ਕਿ ਦੁਨੀਆ ਵਿੱਚ ਜਿਹੜੀ ਆਪਣੀ ਵਰਲਡ ਵਾਰ ਜਿਵੇਂ ਹੋ ਗਈਆਂ ਸੀ ਉਦਾਂ ਦੀ ਚੀਜ਼ਾਂ ਦੁਬਾਰਾ ਕਦੀ ਨਾ ਹੋਣ। ਇਸ ਕਾਰਨ ਇਹ ਚੀਜ਼ ਬਣਾਈ ਗਈ ਸੀ। ਹੁਣ ਇਹਦੇ ਅੰਦਰ ਟੋਟਲ ਇੱਕ ਟਾਈਮ ਤੇ 15 ਮੈਂਬਰ ਹੁੰਦੇ ਆ। 15 ਮੈਂਬਰ ਵਿੱਚੋਂ ਜਿਹੜੇ 5 ਮੈਂਬਰ ਹੈ ਨਾ ਤੇ 10 ਮੈਂਬਰ, ਇਹਨਾਂ 'ਚ ਫਰਕ ਹੈ। 5 ਮੈਂਬਰ ਮਤਲਬ ਤੁਹਾਨੂੰ ਪੇਪਰ ਦੇ ਅਕੋਰਡਿੰਗ ਕੀ ਪੁੱਛਿਆ ਜਾ ਸਕਦਾ ਹੈ ਸੁਰੱਖਿਆ ਪਰਿਸ਼ਦ ਬਾਰੇ, ਉਹ ਦੱਸ ਰਿਹਾ ਕਿ 15 ਮੈਂਬਰਸ ਹੈ। ਇੱਕ ਤਾਂ ਤੁਹਾਨੂੰ ਹਮੇਸ਼ਾ ਡੇਟ ਪੁੱਛੀ ਜਾ ਸਕਦੀ ਹੁੰਦੀ ਹੈ, ਠੀਕ ਹੈ। ਦੂਜਾ ਟੋਟਲ ਮੈਂਬਰ ਕਿੰਨੇ ਆ। ਹੁਣ ਇਹ ਟੋਟਲ ਮੈਂਬਰਸ ਵਿੱਚੋਂ ਅੱਗੇ ਕੀ ਫਰਕ ਹੈ ਕਿ ਇਹਦੇ ਵਿੱਚੋਂ 5 ਅੱਡ ਹੈ ਤੇ 10 ਅੱਡ ਹੈ। ਜਿਹੜੇ 5 ਹੈ ਨਾ, ਇਹ ਪੱਕੇ ਮੈਂਬਰ ਹੈ, ਇਹ ਹਰ ਟਾਈਮ ਮਤਲਬ ਹਰ ਟਾਈਮ ਤੇ ਇਹ ਸੁਰੱਖਿਆ ਪਰਿਸ਼ਦ ਦੇ ਮੈਂਬਰ ਰਹਿਣਗੇ ਹੀ ਰਹਿਣਗੇ। ਜਦ ਦਾ ਇਹ ਬਣਿਆ, ਇਹ ਦੇਸ਼ ਹਮੇਸ਼ਾ ਇਹਦਾ ਮੈਂਬਰ ਹੈ। ਇਹ 5 ਕੰਟਰੀਜ਼ ਕੌਣ ਹੈ? 5 ਦੇਸ਼ ਕਿਹੜੇ ਆ? ਚੀਨ, ਫਰਾਂਸ, ਰੂਸ, ਤੁਹਾਡਾ ਬ੍ਰਿਟਨ, ਯੂਨਾਈਟਿਡ ਕਿੰਗਡਮ ਦੇ ਤੌਰ ਤੇ ਆ ਗਿਆ, UK ਆ ਗਿਆ, ਤੇ ਤੁਹਾਡਾ ਅਮਰੀਕਾ। ਇਹ ਜਿਹੜੇ 5 ਦੇਸ਼ ਹੈ ਇਹ ਲਗਾਤਾਰ ਇਹਦੇ ਮੈਂਬਰ ਬਣੇ ਰਹਿੰਦੇ ਆ, ਠੀਕ ਹੈ। ਉਹ ਹਰ ਟਾਈਮ ਇਹਦਾ ਮੈਂਬਰ ਰਹਿਣਗੇ। ਤੇ ਜਿਹੜੇ ਬਾਕੀ 10 ਦੇਸ਼ ਹੈ ਇਹ ਨਾ 2 ਸਾਲ ਦੇ ਪੀਰੀਅਡ ਲਈ ਆਉਂਦੇ ਆ, ਸਿਰਫ 2 ਸਾਲ ਦਾ ਪੀਰੀਅਡ ਮਿਲਦਾ ਹੈ। 2 ਸਾਲ ਬਾਅਦ ਕੋਈ ਹੋਰ ਕੰਟਰੀ ਆ ਜਾਊਗੀ ਵਾਰੀ-ਵਾਰੀ। ਬਾਕੀ ਸਾਰੇ ਦੁਨੀਆ ਦੇ ਦੇਸ਼ ਮਤਲਬ ਇਹ 10 ਮੈਂਬਰ ਜਿਹੜੇ ਹੈਗੇ ਬਾਕੀ ਸਾਰੇ ਦੁਨੀਆ ਦੇ ਦੇਸ਼ 2-2 ਸਾਲ ਲਈ ਆਉਂਦੇ ਆ, ਠੀਕ ਹੈ। ਤਾਂ ਆਪਣੇ ਆਪ 'ਚ ਇਹ ਫਰਕ ਹੈ ਇਹ ਸਾਰੀ ਕੰਟਰੀਜ਼, ਯਾਨੀ ਕਿ ਆਹ 5 ਹਮੇਸ਼ਾ ਰਹਿਣਗੇ, ਇਹ ਪੱਕੇ ਆ। ਇਹ ਸਿਰਫ 2-2 ਸਾਲ ਲਈ ਆਉਂਦੇ ਆ ਤੇ ਕੱਚੇ ਮੈਂਬਰਸ ਹੈ, ਸਿਰਫ 2-2 ਸਾਲ ਦਾ ਇਹਨਾਂ ਨੂੰ ਪੀਰੀਅਡ ਮਿਲਦਾ ਹੈ। 2 ਸਾਲ ਬਾਅਦ ਰਿਟਾਇਰ ਹੋਣਾ ਪੈਂਦਾ ਹੈ। ਉਸ ਤੋਂ ਬਾਅਦ 2 ਸਾਲ ਬਾਅਦ ਦੁਬਾਰਾ ਵੀ ਇਲੈਕਸ਼ਨ ਲੜ ਸਕਦੇ ਆ, ਪਰ ਵਿੱਚ 2 ਸਾਲ ਦਾ ਫਿਰ ਗੈਪ ਦੇਣਾ ਪਊਗਾ। ਇਸ ਟਾਈਮ ਇੰਡੀਆ ਲਈ ਇਹ ਵੈਸੇ ਵੀ ਕਿਉਂ ਜ਼ਰੂਰੀ ਹੈ ਸੁਰੱਖਿਆ ਪਰਿਸ਼ਦ? ਕਿਉਂਕਿ 2021 ਵਿੱਚ 10 ਵਿੱਚੋਂ ਇੱਕ ਕੰਟਰੀ ਇੰਡੀਆ ਵੀ, ਆਪਣਾ ਭਾਰਤ ਵੀ ਇਹਦਾ ਹਿੱਸਾ ਬਣਿਆ ਹੋਇਆ। ਪਰ ਆਹ 10 ਕੰਟਰੀਆਂ 'ਚੋਂ ਭਾਰਤ ਬਹੁਤ ਸਾਲਾਂ ਤੋਂ ਕੋਸ਼ਿਸ਼ ਕਰ ਰਿਹਾ ਕਿ ਜਿਹੜਾ 5 ਮੈਂਬਰਸ ਹੈ ਨਾ ਇਹਨੂੰ ਵਧਾ ਕੇ ਇਹਦੇ 'ਚ ਇੰਡੀਆ ਨੂੰ ਵੀ ਪਾ ਲਿੱਤਾ ਜਾਵੇ,
ਕਿਉਂਕਿ ਇਹ 5 ਮੈਂਬਰਸ ਕੋਲੇ ਬਹੁਤ ਸਾਰੀਆਂ ਪਾਵਰਸ ਆ। ਇੱਕ ਖਾਸ ਕਰ ਜਿਹੜੀ ਪਾਵਰ ਬਹੁਤ ਹੀ ਜ਼ਰੂਰੀ ਪਾਵਰ ਹੈ ਉਹਨੂੰ ਕਹਿੰਦੇ ਵੀਟੋ ਦੀ ਪਾਵਰ। ਜਿਹੜੇ ਆ ਇਜ਼ਰਾਈਲ ਤੇ ਪੈਲਸਤੀਨ ਜਿਹੜਾ ਇਸ਼ੂ ਬਣਿਆ ਹੋਇਆ ਇਹਦੇ ਅੰਦਰ ਇਹੀ ਕਰੰਟ ਅਫੇਅਰ ਬਣ ਰਿਹਾ। ਬੇਸਿਕਲੀ ਇਜ਼ਰਾਈਲ ਨਾਲ ਬਹੁਤ ਚੰਗੀ ਬਣਦੀ ਹੈ USA ਦੀ, ਤਾਂ ਆਪਣੇ ਇਹ ਸੁਰੱਖਿਆ ਪਰਿਸ਼ਦ ਕੋਲ ਇੱਕ ਪਾਵਰ ਹੈ ਕਿ ਕੋਈ ਵੀ ਦੇਸ਼ ਜਿਹੜਾ ਖੁਦ ਜਿਹਨੇ ਵਾਰ ਛੇੜੀ ਹੈ ਉਹਦੇ ਉੱਤੇ ਨਾ ਸਾਰੀ ਦੁਨੀਆ ਦੇ ਉੱਤੇ ਪਾਬੰਦੀਆਂ ਲਗਵਾ ਸਕਦਾ ਹੈ, ਜਿਸ ਨਾਲ ਹਰ ਦੇਸ਼ ਉਹਨਾਂ ਗੱਲ ਕਰਨੀ ਬੰਦ ਕਰ ਦੂਗਾ, ਟ੍ਰੇਡ ਕਰਨਾ ਬੰਦ ਕਰ ਦੂਗਾ, ਸਾਰੀਆਂ ਚੀਜ਼ਾਂ ਸਾਰੇ ਰਿਸ਼ਤੇ ਤੋੜ ਦੇਣਗੇ। ਪਰ ਉਹਦੇ ਲਈ ਚਾਹੀਦਾ ਕਿ ਇਹ 15 ਤੇ 15 ਲੋਕ ਐਗਰੀ ਕਰਨ, ਤੇ ਖਾਸ ਕਰ ਜਿਹੜੇ ਆ 5 ਜਿਹੜੇ ਪੱਕੇ ਮੈਂਬਰ ਹੈ ਇਹ ਸਾਰੇ ਐਗਰੀ ਕਰ ਜਾਣ। ਅਮਰੀਕਾ ਕੀ ਕਰ ਰਿਹਾ? ਅਮਰੀਕਾ ਲਗਾਤਾਰ ਜਿਹੜਾ ਆਪਣੀ ਇਹ ਚੀਜ਼ ਹੈ ਅਮਰੀਕਾ ਲਗਾਤਾਰ ਇਹਨੂੰ ਰੋਕ ਰਿਹਾ, ਤਾਂ ਇਸ ਕਾਰਨ ਇਜ਼ਰਾਈਲ ਦੇ ਖਿਲਾਫ ਕੋਈ ਵੀ ਐਕਸ਼ਨ ਲਿੱਤਾ ਨਹੀਂ ਜਾ ਰਿਹਾ। ਠੀਕ ਹੈ, ਇਸ ਪਾਵਰ ਨੂੰ ਕਿ ਕੋਈ ਵੀ ਜਿਹੜੀ ਇਹ ਚੀਜ਼ ਜਿਹੜਾ ਆਪਣਾ ਸੁਰੱਖਿਆ ਪਰਿਸ਼ਦ ਕਰਦੀ ਹੈ ਉਹਨੂੰ ਰੋਕਣ ਦੀ ਪਾਵਰ ਉਹਨੂੰ ਕਹਿੰਦੇ ਆ ਵੀਟੋ ਦੀ ਪਾਵਰ। ਇਹ ਵੀਟੋ ਦੀ ਪਾਵਰ ਸਾਰੇ 15 ਮੈਂਬਰਸ ਕੋਲੇ ਨਹੀਂ ਹੈ, ਇਹ ਸਿਰਫ 5 ਜਿਹੜੇ ਪਰਮਾਨੈਂਟ ਹੈ, ਜਿਹੜੇ ਆ ਪੱਕੇ 5 ਹੈ, ਚੀਨ, ਫਰਾਂਸ, ਰੂਸ, ਤੁਹਾਡਾ UK ਤੇ USA, ਇਹ 5 ਕੋਲੇ ਹੀ ਹੈ ਬਸ। ਤਾਂ ਇਸ ਲਈ 5 ਨਾਲ ਸਾਰੇ ਦੇਸ਼ਾਂ ਨੂੰ ਬਣਾ ਕੇ ਵੀ ਰੱਖਣੀ ਪੈਂਦੀ ਹੈ, ਕਿਉਂਕਿ ਜੇ ਤੁਹਾਡੇ ਖਿਲਾਫ ਕੋਈ ਚੀਜ਼ ਆਉਂਦੀ ਹੈ ਤੁਹਾਨੂੰ ਰੋਕਣ ਲਈ ਇਹੀ ਦੇਸ਼ਾਂ ਦੀ ਮਦਦ ਚਾਹੀਦੀ ਹੋਊਗੀ। ਤਾਂ ਇੰਡੀਆ ਵੀ ਬਹੁਤ ਜਗ੍ਹਾ ਤੇ ਮਦਦ ਲੈਂਦਾ ਹੈ, ਠੀਕ ਹੈ, ਤਾਂ ਸਾਰੇ ਦੇਸ਼ਾਂ ਨੂੰ ਲੋੜ ਪੈਂਦੀ ਹੈ। ਤਾਂ ਇਹ ਸੀਗਾ, ਇਹ ਬਾਕੀ ਇਹਦੀਆਂ ਡਿਟੇਲਸ ਹੈ। ਡਾਇਰੈਕਟਲੀ ਇਹ ਪੇਪਰ 'ਚ ਨਾ ਇਦਾਂ ਦੇ ਕੁਐਸਚਨ ਆਉਂਦੇ ਆ, 5 ਪੱਕੇ ਮੈਂਬਰ ਕਿਹੜੇ ਹੈ ਇਹਦੇ, ਕਦੋਂ ਇਹ ਬਣਿਆ ਸੀ, ਠੀਕ ਹੈ। ਭਾਰਤ ਜਿਹੜਾ 2021, ਤੁਹਾਨੂੰ ਇਹ ਕੁਐਸਚਨ ਬਣ ਸਕਦਾ, ਭਾਰਤ ਜਿਹੜਾ 2021 'ਚ ਇਹਦਾ ਮੈਂਬਰ ਬਣਿਆ ਉਹ ਕਿੰਨੇ ਸਾਲ ਲਈ ਹੁਣ ਬਣੇ ਆ, ਠੀਕ ਹੈ, ਜਾਂ ਬਾਕੀ 10 ਕਿੰਨੇ ਸਾਲ ਲਈ ਬਣਦੇ ਆ। ਇਦਾਂ ਦੇ ਸਾਰੇ ਕੁਐਸਚਨ ਤੁਹਾਨੂੰ ਹਮੇਸ਼ਾ ਪੇਪਰ ਵਿੱਚ ਆ ਸਕਦੇ ਹੁੰਦੇ। ਕਲੀਅਰ ਹੈ? ਕੋਈ ਵੀ ਡਾਊਟ? ਤਾਂ ਇਹ ਸੀ ਤੁਹਾਡੇ ਅੱਜ ਦੇ ਕਰੰਟ ਅਫੇਅਰ।